गुड मॉर्निंग स्टूडेंट्स ਅੱਜ ਦਾ ਜਿਹੜਾ ਆਪਣਾ ਟੌਪਿਕ ਹੋਏਗਾ ਉਹ ਇਸ ਚੈਪਟਰ ਦਾ ਲਾਸਟ ਟੌਪਿਕ ਹੋਏਗਾ। ਜਿਵੇਂ ਤੁਹਾਨੂੰ ਪਤਾ ਹੈ ਕਿ ਤੁਹਾਡਾ ਸੈਕੰਡ ਚੈਪਟਰ ਚੱਲ ਰਿਹਾ, ਠੀਕ ਹੈ। ਸੈਕੰਡ ਚੈਪਟਰ ਦਾ ਇਹ ਲਾਸਟ ਵਾਲਾ ਕਨਸੈਪਟ ਆ ਡਿਫਰੈਂਸ ਬਿਟਵੀਨ ਇੰਡਸਟਰੀ, ਕਮਰਸ ਐਂਡ ਟ੍ਰੇਡ। ਯਾਨੀ ਕਿ ਜਿਹੜੇ ਤਿੰਨੋਂ ਟੌਪਿਕਸ ਨੇ ਇਹਨਾਂ ਦੇ ਵਿੱਚ ਕੀ ਡਿਫਰੈਂਸ ਆ। ਚੈਪਟਰ ਦਾ ਨਾਮ ਸੀਗਾ ਸਟਰਕਚਰ ਆਫ ਬਿਜ਼ਨਸ, ਠੀਕ ਹੈ। ਔਰ ਇਹਦੇ ਵਿੱਚ ਗੱਲ ਕਰਨੀ ਹੈ ਨੈਕਸਟ ਜਿਹੜੇ ਟੌਪਿਕਸ ਨੇ ਉਹਨਾਂ ਦੇ ਬਾਰੇ। ਫਸਟ ਹੈ मीनिंग ਦੇ ਵਿੱਚ ਦੇਖਣਾ ਹੈ ਕਿ ਇੰਡਸਟਰੀ ਦਾ ਮੀਨਿੰਗ ਕੀ ਹੈ, ਕਮਰਸ ਦਾ ਮੀਨਿੰਗ ਕੀ ਹੈ ਔਰ ਟ੍ਰੇਡ ਦਾ ਮੀਨਿੰਗ ਕੀ ਹੈ। ਇੰਡਸਟਰੀ ਮਤਲਬ ਕਿ ਕਿਸੇ ਮਟੀਰੀਅਲ ਨੂੰ ਬਣਾਉਣਾ, ਜਾਂ ਕਹਿ ਸਕਦੇ ਹਾਂ ਇਟ ਮੀਨਸ ਮੈਨੂਫੈਕਚਰਿੰਗ ਆਫ ਗੁੱਡਸ ਐਂਡ ਸਰਵਿਸਿਜ਼। ਕਮਰਸ ਦੇ ਵਿੱਚ ਕੀ ਹੋਊਗਾ, ਚੀਜ਼ਾਂ ਨੂੰ ਡਿਸਟਰੀਬਿਊਟ ਕਰਨਾ, ਯਾਨੀ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਣਾ। ਅਗਰ ਗੱਲ ਹੋਏਗੀ ਟ੍ਰੇਡ ਦੀ, ਤਾਂ ਟ੍ਰੇਡ ਦਾ ਮਤਲਬ ਹੋਏਗਾ ਕਿ ਗੁੱਡਸ ਐਂਡ ਸਰਵਿਸਿਜ਼ ਨੂੰ ਟਰਾਂਸਫਰ ਕਰਨਾ, ਕਿਹਦੀ ਮਦਦ ਦੇ ਨਾਲ, ਕਿਸੇ ਵੀ ਵਹੀਕਲ ਦੀ ਮਦਦ ਦੇ ਨਾਲ, ਕਿਸੇ ਵੀ ਸਾਧਨ ਦੀ ਮਦਦ ਦੇ ਨਾਲ, ਤਾਂ ਕਿ ਜਿਹੜੇ ਕਸਟਮਰ ਆ ਉਹ ਮਟੀਰੀਅਲ ਆਸਾਨੀ ਦੇ ਨਾਲ, ਜਲਦੀ ਦੇ ਨਾਲ ਕੀ ਆ ਲੈ ਸਕਣ। ਨੈਕਸਟ ਹੈ ਸਕੋਪ ਦਾ ਮਤਲਬ ਹੁੰਦਾ ਖੇਤਰ, ਦਾਇਰਾ, ਕਿ ਜਿਹੜਾ ਇੰਡਸਟਰੀ ਆ ਉਹ ਕਿੱਥੋਂ ਤੱਕ ਫੈਲਿਆ ਹੋਇਆ, ਜਾਂ ਉਹਦਾ ਮੇਨ ਮਕਸਦ ਕੀ ਆ, ਕਿਹੜੀਆਂ ਐਕਟੀਵਿਟੀਜ਼ ਆ ਜਿਹੜੀਆਂ ਉਹ ਕੀਤੀਆਂ ਜਾਂਦੀਆਂ। ਤਾਂ ਦੇਖੋ ਇੰਡਸਟਰੀ ਦੇ ਵਿੱਚ ਹੋਏਗਾ ਕਿਸੇ ਮਟੀਰੀਅਲ ਨੂੰ ਬਣਾਉਣਾ, ਯਾਨੀ ਕਿ ਉਹਦੀ ਪ੍ਰੋਡਕਸ਼ਨ, ਕਿਸੇ ਵੀ ਚੀਜ਼ ਨੂੰ ਐਕਸਟਰੈਕਟ ਕਰਨਾ, ਠੀਕ ਹੈ। ਯਾਨੀ ਕਿ ਜਿਵੇਂ ਦੋ ਮਟੀਰੀਅਲ ਮਿਕਸ ਹੋਏ ਹੋਣ ਉਹਨਾਂ ਨੂੰ ਅਲੱਗ ਕਰਨਾ, ਠੀਕ ਹੈ। ਕੰਸਟਰਕਟ ਕਰਨਾ ਕਿਸੇ ਚੀਜ਼ ਨੂੰ, ਬਿਲਡਿੰਗਸ ਹੋ ਗਏ, ਬ੍ਰਿਜ ਹੋ ਗਏ, ਰੋਡਸ ਹੋ ਗਏ, ਠੀਕ ਹੈ। ਕਿਸੇ ਮਟੀਰੀਅਲ ਨੂੰ ਕਨਵਰਟ ਕਰਨਾ, ਰॉ ਮਟੀਰੀਅਲ ਤੋਂ ਫਿਨਿਸ਼ ਗੁੱਡਸ ਦੇ ਵਿੱਚ ਉਹਨਾਂ ਨੂੰ ਕਨਵਰਟ ਕਰਨਾ। ਐਵੇਂ ਕਹਿ ਸਕਦੇ ਹਾਂ ਕਿ ਜਿਵੇਂ ਪਲਾਸਟਿਕ ਦਾ ਕੋਈ ਮਟੀਰੀਅਲ ਹੋਵੇ, ਉਹਨੂੰ ਪ੍ਰੋਸੈਸ ਲਗਾ ਕੇ ਉਹਦੇ ਤੋਂ ਕੋਈ ਮਟੀਰੀਅਲ ਬਣਾਉਣਾ, ਕੋਈ ਬੋਟਲਸ ਬਣਾਉਣਾ, ਕੋਈ ਕਹਿ ਦਈਏ ਕਿ ਬਾਸਕਿਟਸ ਬਣਾਉਣਾ ਜਿਹਦੇ ਵਿੱਚ ਮਟੀਰੀਅਲ ਨੂੰ ਸਟੋਰ ਕੀਤਾ ਜਾ ਸਕਦਾ। ਸੋ ਇੱਦਾਂ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ, ਉਹ ਕਿੱਥੇ ਹੁੰਦਾ, ਇੰਡਸਟਰੀ ਦੇ ਵਿੱਚ, ਠੀਕ ਹੈ। ਦੂਸਰੀ ਤਰਫ ਹੋਏਗਾ ਕਮਰਸ, ਠੀਕ ਹੈ। ਕਮਰਸ ਦੇ ਵਿੱਚ ਕੀ ਹੋਏਗਾ ਕਿ ਉਹ ਸਾਰੀਆਂ ਐਕਟੀਵਿਟੀਜ਼ ਇਨਕਲੂਡ ਕੀਤੀਆਂ ਜਾਂਦੀਆਂ ਜਿਹਦੇ ਵਿੱਚ ਕੋਈ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਆ, ਠੀਕ ਹੈ। ਸੇਵਾਵਾਂ, ਜਾਂ ਕਹਿ ਸਕਦੇ ਹਾਂ ਕਿ ਸੇਵਾਵਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ। ਔਰ ਇਹਦੇ ਵਿੱਚ ਜ਼ਿਆਦਾਤਰ ਮਟੀਰੀਅਲ ਆ ਜਿਹੜਾ ਉਹ ਸਬਸਿਡਰੀ ਟੂ ਟ੍ਰੇਡ ਹੁੰਦਾ। ਐਕਟੀਵਿਟੀ ਆ ਜਿਹੜੀਆਂ ਉਹ ਵਪਾਰ ਦੇ ਲਈ ਸੇਵਾਵਾਂ ਦੇ ਇੱਕ ਸਹੂਲਤ ਹੋਏਗੀ। ਨੈਕਸਟ ਹੋਏਗਾ ਇਟ ਇਨਕਲੂਡ ਐਕਟੀਵਿਟੀ ਕੰਸਰਨਿੰਗ ਸੇਲ ਐਂਡ ਟਰਾਂਸਫਰਿੰਗ ਆਫ ਗੁੱਡਸ ਐਂਡ ਸਰਵਿਸਿਜ਼। ਇਹਦੇ ਵਿੱਚ ਮੇਨ ਜਿਹੜਾ ਪੁਆਇੰਟ ਹੋਏਗਾ ਕਿ ਗੁੱਡਸ ਨੂੰ ਜਸਟ ਉਹਨਾਂ ਨੇ ਸੇਲ ਕਰਨਾ, ਟਰਾਂਸਫਰ ਕਰਨਾ, ਯਾਨੀ ਕਿ ਇੱਥੇ ਉਹਨਾਂ ਨੇ ਮਟੀਰੀਅਲ ਨੂੰ ਬਣਾਉਣਾ ਨਹੀਂ ਆ, ਕੋਈ ਇੱਥੇ ਕ੍ਰੀਏਸ਼ਨ ਨਹੀਂ ਹੋ ਰਹੀ ਹੈ, ਜਸਟ ਟਰਾਂਸਫਰ ਕਰਨ ਦੀ ਗੱਲ ਹੋ ਰਹੀ ਹੈ ਕਿ ਮਟੀਰੀਅਲ ਨੂੰ ਟਰਾਂਸਫਰ ਕੀਤਾ ਜਾਏਗਾ। ਨੈਕਸਟ ਹੈ ਕੈਪੀਟਲ ਰਿਕੁਆਇਰਡ, ਕਿ ਪੈਸਾ ਕਿੰਨਾ ਚਾਹੀਦਾ, ਕਿੰਨੀ ਮਟੀਰੀਅਲ ਦੀ ਜਿਹੜੀ ਅਮਾਊਂਟ ਆਪਾਂ ਨੂੰ, ਕਿੰਨਾ ਪੈਸਾ ਜਿਹੜਾ ਉਹ ਚਾਹੀਦਾ ਹੋਏਗਾ। ਤਾਂ ਦੇਖੋ ਇਟ ਰਿਕੁਆਇਰਡ ਹਿਊਜ ਫਿਕਸਡ ਕੈਪੀਟਲ ਐਂਡ ਵਰਕਿੰਗ ਕੈਪੀਟਲ। ਜਦੋਂ ਵੀ ਬਿਜ਼ਨਸ ਨੂੰ ਜਾਂ ਇੰਡਸਟਰੀ ਨੂੰ ਸਟਾਰਟ ਕਰਨਾ ਹੋਵੇ ਤਾਂ ਅਮਾਊਂਟ ਆ ਜਿਹੜੀ ਬਹੁਤ ਜ਼ਿਆਦਾ ਲੱਗਦੀ ਹੈ। ਜਦੋਂ ਗੱਲ ਹੋ ਜੇ ਵਣਜ ਦੀ, ਠੀਕ ਹੈ, ਯਾਨੀ ਕਿ ਕਮਰਸ ਦੀ, ਕਿਸੇ ਵੀ ਕਮਰਸ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਆ ਉਹਨਾਂ ਨੂੰ ਸਟਾਰਟ ਕਰਨ ਦੇ ਲਈ ਪੈਸਾ ਜ਼ਰੂਰ ਲੱਗਦਾ, ਪਰ ਜਿੰਨਾ ਇੰਡਸਟਰੀ 'ਚ ਲੱਗਦਾ ਉਹਦੇ ਨਾਲੋਂ ਥੋੜ੍ਹਾ ਘੱਟ ਲੱਗਦਾ, ਠੀਕ ਹੈ। ਯਾਨੀ ਕਿ ਕੰਪੇਰੇਟਿਵਲੀ ਘੱਟ ਹੋਏਗਾ, ਲੋ ਹੋਏਗਾ। ਇੱਧਰ ਵਪਾਰ ਦੇ ਲਈ ਜਿਹੜੀ ਅਮਾਊਂਟ ਆ ਉਹ ਡਿਪੈਂਡ ਕਰਦੀ ਹੈ ਕਿ ਵਪਾਰ ਦਾ ਕਿੱਡਾ ਕੁ ਏਰੀਆ, ਕਿੱਡਾ ਕੁ ਸਾਈਜ਼ ਆ। ਜੇ ਵਪਾਰ ਛੋਟੇ ਲੈਵਲ ਦਾ ਤਾਂ ਅਮਾਊਂਟ ਛੋਟੀ ਚਾਹੀਦੀ ਹੋਊਗੀ, ਜੇ ਵਪਾਰ ਹੀ ਜ਼ਿਆਦਾ ਵੱਡੇ ਲੈਵਲ ਦਾ ਤਾਂ ਪੈਸਾ ਵੀ ਉਹਨਾਂ ਨੂੰ ਜ਼ਿਆਦਾ ਚਾਹੀਦਾ ਹੋਊਗਾ। ਨੈਕਸਟ ਹੈ ਰਿਸਕ ਮਤਲਬ ਜੋਖਿਮ, ਕਿ ਬਿਜ਼ਨਸ ਨੂੰ ਜਾਂ ਇੰਡਸਟਰੀ ਨੂੰ, ਕਮਰਸ ਨੂੰ, ਟ੍ਰੇਡ ਨੂੰ ਕੀ ਨੁਕਸਾਨ ਹੋ ਸਕਦੇ ਆ, ਚਾਂਸ ਕਿੰਨੇ ਕੁ ਲੋਸ ਹੁੰਦੇ। ਤਾਂ ਦੇਖੋ ਇਟ ਇਨਵੋਲਵ ਹਾਈ ਰਿਸਕ ਡਿਊ ਟੂ ਹਿਊਜ ਕੈਪੀਟਲ ਇਨਵੈਸਟਮੈਂਟ। ਹੁਣ ਆਪਾਂ ਇੱਥੇ ਗੱਲ ਕੀਤੀ ਹੈ ਕਿ ਵਰਕਿੰਗ ਕੈਪੀਟਲ ਆ ਜਿਹੜੀ ਉਹ ਇੰਡਸਟਰੀ ਦੀ ਕੀ ਆ, ਜ਼ਿਆਦਾ ਹੁੰਦੀ ਆ, ਹਿਊਜ ਹੁੰਦੀ ਆ, ਠੀਕ ਹੈ। ਹਾਂ ਜੇ ਇਹਨੂੰ ਕਿਸੇ ਵੀ ਜਗ੍ਹਾ 'ਤੇ ਇਹਨੂੰ ਨੁਕਸਾਨ ਹੋਇਆ ਇੰਡਸਟਰੀ ਨੂੰ, ਤਾਂ ਕੈਪੀਟਲ ਤਾਂ ਸਾਰੀ ਜਾਊਗੀ, ਪੈਸਾ ਸਾਰਾ ਡੁੱਬੇਗਾ। ਮੰਨ ਲਓ ਅੱਗ ਲੱਗ ਗਈ, ਕੋਈ ਫਲੱਡ ਵਗੈਰਾ ਆ ਗਏ, ਠੀਕ ਹੈ, ਹੜ੍ਹ ਆ ਗਏ, ਕਿਸੇ ਵੀ ਤਰ੍ਹਾਂ ਦੀ ਇੱਦਾਂ ਮਾਰਕੀਟ ਦੇ ਵਿੱਚ ਕੋਈ ਚੇਂਜ ਆ ਗਿਆ, ਮਟੀਰੀਅਲ ਖ਼ਰਾਬ ਹੋ ਗਿਆ, ਇਹ ਸਾਰੇ ਹੋ ਜਾਣ, ਇੱਦਾਂ ਦੀਆਂ ਸਾਰੀਆਂ ਪ੍ਰੋਬਲਮਸ ਹੋ ਜਾਣ ਦੇ ਕਾਰਨ ਜਿਹੜਾ ਪੈਸਾ ਹੈ ਉਹ ਸਾਰਾ ਵੇਸਟ ਹੋਣ ਦਾ, ਜਾਂ ਕਹਿ ਦਈਏ ਕਿ ਡੁੱਬ ਜਾਣ ਦਾ ਖਤਰਾ ਬਣਿਆ ਰਹਿੰਦਾ। ਤਾਂ ਰਿਸਕ ਵੀ ਇੱਥੇ ਜ਼ਿਆਦਾ ਹੋਏਗਾ। ਇਹਦੇ ਵਿੱਚ ਰਿਸਕ ਹੋਏਗਾ ਸੇਮ ਐਜ਼, ਠੀਕ ਹੈ, ਜਿਵੇਂ ਇੱਥੇ ਕੈਪੀਟਲ ਘੱਟ ਲੱਗੀ ਹੈ ਤਾਂ ਰਿਸਕ ਵੀ ਕੰਪੈਰੇਟਿਵਲੀ ਲੋ ਹੋਏਗਾ। ਅਗਰ ਲੋ ਕੰਪੈਰੇਟਿਵਲੀ ਕੈਪੀਟਲ ਆ ਤਾਂ ਲੋ ਕੰਪੈਰੇਟਿਵਲੀ ਕੀ ਹੈ, ਰਿਸਕ ਹੋਏਗਾ ਐਜ਼ ਕੰਪੇਅਰ ਟੂ ਇੰਡਸਟਰੀ, ਵੀ ਜਿੰਨਾ ਇਹਦੇ 'ਚ ਨੁਕਸਾਨ ਹੋਇਆ ਉਹਦੇ ਨਾਲੋਂ ਥੋੜ੍ਹਾ ਜਿਹਾ ਘੱਟ ਹੋਏਗਾ। ਇੱਧਰ ਹੋਏਗਾ ਰਿਸਕ ਇਨਵੋਲਵਡ ਇਜ਼ ਹਾਈਜ਼ ਡਿਊ ਟੂ ਅਨਸਰਟੇਨ ਮਾਰਕੀਟ ਕੰਡੀਸ਼ਨ। ਕਮਰਸ ਦੇ ਵਿੱਚ ਪੈਸਾ ਜ਼ਿਆਦਾ ਹੋਵੇ ਚਾਹੇ ਘੱਟ ਹੋਵੇ, ਪਰ ਰਿਸਕ ਆ ਜਿਹੜਾ ਉਹ ਹਮੇਸ਼ਾ ਚੇਂਜ ਰਹਿੰਦਾ, ਕਿਉਂਕਿ ਕਈ ਵਾਰ ਇਹ ਹੋ ਜਾਂਦਾ ਕਿ ਮਟੀਰੀਅਲ ਬਣਿਆ ਬਣਾਇਆ ਜਿਹੜਾ ਉਹ ਸੇਲ ਹੀ ਨਹੀਂ ਹੁੰਦਾ। ਕਿਉਂ? ਕਿਉਂਕਿ ਲੋਕਾਂ ਦਾ ਜਿਹੜਾ ਧਿਆਨ ਆ ਉਹ ਕਿਸੇ ਹੋਰ ਚੀਜ਼ ਵੱਲ ਹੀ ਚਲਿਆ ਜਾਂਦਾ, ਫੈਸ਼ਨ ਆ ਜਿਹੜਾ ਉਹ
ਚੇਂਜ ਹੋ ਜਾਂਦਾ। ਐਗਜ਼ਾਮਪਲ ਦੇ ਤੌਰ 'ਤੇ ਕਹਿ ਸਕਦੀ ਹਾਂ, ਜਿਵੇਂ ਇੰਡੀਅਨ ਕਲਚਰਲ ਮਟੀਰੀਅਲ ਆ, ਅਗਰ ਲੋਕ ਉਹਨਾਂ ਨੂੰ ਸਟਾਰਟਿੰਗ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕਰਦੇ ਆ, ਬਹੁਤ ਜ਼ਿਆਦਾ ਖਰੀਦਦੇ ਆ, ਪਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਮਟੀਰੀਅਲ ਆ ਉਹ ਦੂਸਰੇ ਵਧੀਆ ਲੱਗਣ ਲੱਗ ਜਾਂਦੇ, ਵੈਸਟਰਨ ਵਧੀਆ ਲੱਗਣ ਲੱਗ ਜਾਂਦੇ ਆ, ਤਾਂ ਇੰਡੀਅਨ ਨੂੰ ਛੱਡ ਕੇ ਵੈਸਟਰਨ ਵੱਲ ਚਲੇ ਜਾਂਦੇ ਆ। ਹਾਲਾਂਕਿ ਇੰਡੀਅਨ ਮਟੀਰੀਅਲ ਆ ਜਿਹੜਾ ਪਹਿਲਾਂ ਹੀ ਬਣ ਚੁੱਕਿਆ ਹੁੰਦਾ, ਸੋ ਉਸ ਟਾਈਮ 'ਤੇ ਜਿਹੜੀ ਮਟੀਰੀਅਲ ਦੀ ਜਿਹੜੀ ਸੇਲ ਨਹੀਂ ਹੁੰਦੀ, ਤਾਂ ਉਹਦੇ ਨਾਲ ਨੁਕਸਾਨ ਆ ਜਿਹੜਾ ਉਹ ਇੰਡੀਅਨ ਮਾਰਕੀਟ ਨੂੰ ਬਹੁਤ ਜ਼ਿਆਦਾ ਹੋ ਜਾਂਦਾ। ਸੋ ਉਹਦੇ ਨਾਲ ਮਾਰਕੀਟ ਦੇ ਚੇਂਜ ਹੋਣ ਦੇ ਨਾਲ ਡਿਕਰੀਜ਼ ਹੋ ਜਾਂਦੀ ਹੈ ਜਦੋਂ ਲੋਕਾਂ ਦੀ ਮੰਗ, ਉਹਦੇ ਨਾਲ ਰਿਸਕ ਆ ਜਿਹੜੇ ਉਹ ਜ਼ਿਆਦਾ ਹੁੰਦੇ ਆ। ਨੈਕਸਟ ਹੈ ਆਸਪੈਕਟ। ਆਸਪੈਕਟ ਦਾ ਮਤਲਬ ਹੋਏਗਾ ਪੱਖ, ਠੀਕ ਹੈ। ਹੁਣ ਜਿਹੜਾ ਇੰਡਸਟਰੀ ਹੋਏਗੀ ਉਹ ਜ਼ਿਆਦਾਤਰ ਸਪਲਾਈ, ਯਾਨੀ ਕਿ ਮਟੀਰੀਅਲ ਨੂੰ ਕਿਵੇਂ ਬਣਾਉਣਾ, ਕਿਵੇਂ ਉਹਨੂੰ ਭੇਜਣਾ ਲੋਕਾਂ ਤੱਕ, ਇਸ ਚੀਜ਼ਾਂ ਵੱਲ ਹੀ ਧਿਆਨ ਦਿੰਦੀ ਹੈ। ਦੂਸਰੀ ਤਰਫ ਗੱਲ ਕਰਦੇ ਹਾਂ, ਦੂਸਰੀ ਤਰਫ ਦੇਖਦੇ ਹਾਂ, ਇਹ ਰੀਪ੍ਰਜੈਂਟ ਕਰਦੇ ਆ ਡਿਮਾਂਡ ਨੂੰ, ਯਾਨੀ ਕਿ ਲੋਕਾਂ ਦੀ ਮੰਗ ਨੂੰ। ਇਹ ਰੀਪ੍ਰਜੈਂਟ ਕਰੇਗਾ ਸਪਲਾਈ ਨੂੰ, ਠੀਕ ਹੈ, ਪੂਰਤੀ ਨੂੰ। ਇਹ ਮੰਗ ਨੂੰ ਰੀਪ੍ਰਜੈਂਟ ਕਰੇਗਾ, ਠੀਕ ਹੈ। ਔਰ ਜਦੋਂ ਗੱਲ ਕਰੀਏ ਆਪਾਂ ਟਰੇਡ ਦੀ, ਤਾਂ ਉਹ ਸੇਲ ਐਂਡ ਐਕਸਚੇਂਜ, ਜਸਟ ਐਕਸਚੇਂਜ ਦੇ ਐਸਪੈਕਟ ਨੂੰ ਔਰ ਸੇਲ ਦੇ ਐਸਪੈਕਟ ਨੂੰ ਹੀ ਰੀਪ੍ਰਜੈਂਟ ਕਰੇਗਾ, ਗੁੱਡਸ ਐਂਡ ਸਰਵਿਸਿਜ਼ ਦੇ। ਸਪਲਾਈ ਐਸਪੈਕਟ, ਡਿਮਾਂਡ ਔਰ ਸੇਲ ਐਂਡ ਐਕਸਚੇਂਜ ਐਸਪੈਕਟ ਆ ਜਿਹੜੇ ਉਹਨਾਂ ਨੂੰ ਰੀਪ੍ਰਜੈਂਟ ਕਰੇਗਾ। ਨੈਕਸਟ ਦੇਖੋ, ਨੈਕਸਟ ਹੈ ਯੂਟਿਲਿਟੀ। ਯੂਟਿਲਿਟੀ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਉਪਯੋਗਤਾ, ਠੀਕ ਹੈ, ਉਪਯੋਗ ਕਰਨਾ। ਯੂਟਿਲਿਟੀ ਦਾ ਮਤਲਬ ਹੋਏਗਾ ਉਪਯੋਗਤਾ, ਠੀਕ ਹੈ, ਕਿਸੇ ਚੀਜ਼ ਨੂੰ ਯੂਜ਼ ਕਰਨਾ। ਜਦੋਂ ਇੰਡਸਟਰੀ ਦੀ ਗੱਲ ਹੋਏਗੀ ਤਾਂ ਇਹਦੇ ਵਿੱਚ ਮਟੀਰੀਅਲ ਨੂੰ ਇੱਕ ਸ਼ੇਪ ਦੇਣ ਦੀ, ਉਹਨੂੰ ਇੱਕ ਵਧੀਆ ਆਕਾਰ ਦੇਣ ਦੀ ਜਿਹੜੀ ਗੱਲ ਆ ਉਹ ਕੀਤੀ ਜਾਊਗੀ, ਯਾਨੀ ਕਿ ਉਹਨੂੰ ਯੂਟੀਲਾਈਜ਼ ਕੀਤਾ ਜਾਊਗਾ। ਕਿਸ ਤਰੀਕੇ ਨਾਲ ਇੱਕ ਵਧੀਆ ਸ਼ੇਪ ਦੇ ਕੇ, ਇੱਕ ਵਧੀਆ ਸਾਈਜ਼ ਦੇ ਕੇ ਮਟੀਰੀਅਲ ਨੂੰ ਬਣਾਇਆ ਜਾਏਗਾ। ਉਹਦੇ ਵਿੱਚ ਇੱਕ ਮਟੀਰੀਅਲ ਦੀ ਜਿਹੜੀ ਕਹਿ ਦਈਏ ਕਿ ਉਹਦਾ ਸਾਈਜ਼, ਉਹਦਾ ਏਰੀਆ ਕਿੰਨਾ ਹੋਣਾ ਚਾਹੀਦਾ, ਇਹ ਸਾਰੀਆਂ ਚੀਜ਼ਾਂ ਡਿਸਾਈਡ ਕੀਤੀਆਂ ਜਾਂਦੀਆਂ। ਨੈਕਸਟ ਹੋਏਗਾ ਇਟ ਕ੍ਰੀਏਟ ਪਲੇਸ ਐਂਡ ਟਾਈਮ ਯੂਟਿਲਿਟੀ। ਕਮਰਸ ਦੀ ਗੱਲ ਕਰਦੇ ਹਾਂ ਤਾਂ ਇਹ ਟਾਈਮ ਔਰ ਪਲੇਸ ਦੀ ਯੂਟਿਲਿਟੀ ਨੂੰ ਕ੍ਰੀਏਟ ਕਰਦਾ। ਗੱਲ ਕੀਤੀ ਸੀ ਜਦੋਂ ਕਮਰਸ ਦਾ ਟੌਪਿਕ ਪਿੱਛੇ ਡਿਸਕਸ ਕੀਤਾ ਸੀਗਾ ਕਿ ਕਮਰਸ ਦੇ ਵਿੱਚ ਸਰਵਿਸਿਜ਼ ਆ ਜਿਹੜੀਆਂ ਉਹ ਪ੍ਰੋਵਾਈਡ ਕੀਤੀਆਂ ਜਾਂਦੀਆਂ, ਐਡਸ ਟੂ ਟਰੇਡ ਆ ਜਿਹੜੀ ਉਹ ਮਿਲਦੀ ਹੈ, ਯਾਨੀ ਕਿ ਹੈਲਪ ਮਿਲਦੀ ਹੈ, ਕੰਮ ਦੇ ਲਈ ਸਹਾਇਤਾ। ਉਹਦੇ ਵਿੱਚ ਵੇਅਰ ਹਾਊਸ ਦੀ ਗੱਲ ਹੋਈ ਸੀ, ਠੀਕ ਹੈ, ਟਰਾਂਸਪੋਰਟੇਸ਼ਨ ਦੀ ਗੱਲ ਹੋਈ ਸੀ, ਐਡਵਰਟਾਈਜ਼ਮੈਂਟ ਦੀ ਗੱਲ ਹੋਈ ਸੀ। ਇਹ ਸਾਰੇ ਟੌਪਿਕ ਆ ਜਿਹੜੇ ਉਹ ਡਿਸਕਸ ਹੋਏ ਸੀ, ਜਿਹਦਾ ਮਤਲਬ ਕੀ ਸੀਗਾ ਕਿ ਮਟੀਰੀਅਲ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ, ਜੋ ਵੀ ਕੋਈ ਮਟੀਰੀਅਲ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਉਹਨੂੰ ਲੈ ਕੇ ਜਾਣ ਦੇ ਲਈ, ਉਹਦੇ ਵਿੱਚ ਕੋਈ ਕਲਰਿੰਗ ਦੇ ਵਿੱਚ ਕੋਈ ਵੀ ਸਾਈਜ਼ ਜਾਂ ਕੋਈ ਟਾਈਮ ਦੀ ਪ੍ਰੋਬਲਮ ਆ ਰਹੀ ਆ, ਤਾਂ ਉਹ ਸਾਰੀਆਂ ਚੀਜ਼ਾਂ ਕਮਰਸ ਦੇ ਮਦਦ ਦੇ ਨਾਲ, ਇਸ ਫੀਲਡ ਦੇ ਮਦਦ ਦੇ ਨਾਲ, ਵੇਅਰ ਹਾਊਸਿੰਗ, ਠੀਕ ਹੈ, ਟਰਾਂਸਪੋਰਟੇਸ਼ਨ, ਐਡਵਰਟਾਈਜ਼ਮੈਂਟ ਦੇ ਨਾਲ ਕੀ ਸੋਲਵ ਕੀਤੀਆਂ ਜਾਂਦੀਆਂ। ਯਾਨੀ ਕਿ ਪਲੇਸ, ਟਾਈਮ ਦੀ ਯੂਟਿਲਿਟੀ ਨੂੰ, ਸਮਰੱਥਾ ਨੂੰ ਪ੍ਰੋਪਰ ਤਰੀਕੇ ਨਾਲ ਯੂਜ਼ ਕੀਤਾ ਜਾ ਰਿਹਾ। ਨੈਕਸਟ ਹੈ ਇਟ ਕ੍ਰੀਏਟ ਪੋਜੈਸ਼ਨ ਯੂਟਿਲਿਟੀ। ਪੋਜੈਸ਼ਨ ਦਾ ਮਤਲਬ ਹੁੰਦਾ ਕਿ ਕਿਸੇ ਚੀਜ਼ ਦੀ ਮਾਲਕੀਅਤ ਆ ਜਾਣਾ, ਠੀਕ ਹੈ। ਜਦੋਂ ਕੋਈ ਵੀ ਸੇਲਰ ਆ, ਕੋਈ ਵੀ ਜਿਹੜਾ ਮਟੀਰੀਅਲ ਆਪਾਂ ਨੂੰ ਸੇਲ ਕਰਦਾ, ਉਹਦੀ ਮਾਲਕੀਅਤ ਆ ਜਿਹੜੀ ਉਹ ਕਸਟਮਰ ਕੋਲ ਚਲੀ ਜਾਂਦੀ ਆ। ਤਾਂ ਮੇਨ ਮਕਸਦ ਹੀ ਇਹ ਹੁੰਦਾ ਟਰੇਡਰ ਦਾ, ਇੱਕ ਵਪਾਰੀ ਦਾ, ਕਿ ਉਹ ਆਪਣੇ ਜਿਹੜਾ ਮਟੀਰੀਅਲ ਆ ਉਹਦੀ ਪੋਜੈਸ਼ਨ ਦੇਵੇ, ਯਾਨੀ ਕਿ ਉਹਦੀ ਮਾਲਕੀਅਤ ਆ ਜਿਹੜੀ ਉਹ ਆਪਣੇ ਕਸਟਮਰ ਨੂੰ ਦੇਵੇ। ਕਿਉਂਕਿ ਜਦੋਂ ਮਟੀਰੀਅਲ ਸੇਲ ਹੋ ਜਾਂਦਾ ਤਾਂ ਉਹਦਾ ਮਾਲਿਕ ਆ ਜਿਹੜਾ ਉਹ ਬਦਲ ਜਾਂਦਾ। ਜੇ ਅੱਜ ਸ਼ੌਪਕੀਪਰ ਵਾਲਾ ਉਸ ਮਟੀਰੀਅਲ ਨੂੰ ਰੱਖ ਰਿਹਾ ਐਜ਼ ਆ ਓਨਰ, ਐਜ਼ ਆ ਮਾਲਿਕ, ਠੀਕ ਹੈ, ਪਰ ਜਦੋਂ ਮਟੀਰੀਅਲ ਕਿਸੇ ਕਸਟਮਰ ਨੇ, ਕਿਸੇ ਗ੍ਰਾਹਕ ਨੇ ਖਰੀਦ ਲਿਆ ਤਾਂ ਉਹਦੀ ਮਾਲਕੀਅਤ ਆ ਜਿਹੜੀ ਉਹ ਉਸ ਗ੍ਰਾਹਕ ਦੀ ਹੋ ਜਾਏਗੀ। ਸੋ ਮੇਨ ਮਕਸਦ ਆ ਇੱਥੇ ਯੂਟਿਲਿਟੀ ਦਾ ਕਿਸੇ ਵੀ ਕਸਟਮਰ ਜਿਹੜਾ ਹੋਏਗਾ ਉਹਦੀ ਪੋਜੈਸ਼ਨ ਨੂੰ ਕ੍ਰੀਏਟ ਕਰਨਾ, ਉਹਦੀ ਯੂਟਿਲਿਟੀ ਨੂੰ ਵਧਾਉਣਾ, ਸਮਰੱਥਾ ਨੂੰ ਵਧਾਉਣਾ, ਕਿ ਉਹ ਵੱਧ ਤੋਂ ਵੱਧ ਚੀਜ਼ਾਂ ਦਾ ਮਾਲਿਕ ਬਣ ਸਕੇ, ਠੀਕ ਹੈ, ਪੋਜੈਸ਼ਨ ਲੈ ਸਕੇ, ਔਰ ਗੁੱਡਸ ਐਂਡ ਸਰਵਿਸਿਜ਼ ਆ ਜਿਹੜੀਆਂ ਉਹ ਐਕਸਚੇਂਜ ਜਿਹੜੀਆਂ ਹੁੰਦੀਆਂ ਰਹਿਣ ਯੂਟਿਲਿਟੀ ਦੀ ਮਦਦ ਦੇ ਨਾਲ। ਸੋ ਇਹ ਸੀ ਅੱਜ ਦੇ ਤੁਹਾਡੇ ਪੁਆਇੰਟ, ਔਰ ਇਹਨਾਂ ਪੁਆਇੰਟਸ ਦੇ ਨਾਲ ਤੁਹਾਡਾ ਜਿਹੜਾ ਸੈਕਿੰਡ ਚੈਪਟਰ ਆ ਉਹ ਕੰਪਲੀਟ ਹੋ ਗਿਆ। ਕੱਲ੍ਹ ਦੇ ਟੌਪਿਕ ਦੇ ਲਈ ਮੈਂ ਤੁਹਾਨੂੰ ਜਿਹੜਾ ਥਰਡ ਚੈਪਟਰ ਆ ਉਹ ਸਟਾਰਟ ਕਰਾਉਂਗੀ। ਸੋ ਫੁੱਲ ਚੈਪਟਰ ਦੇ ਵਿੱਚ ਕਿਸੇ ਨੂੰ ਅਗਰ ਕੋਈ ਡਾਊਟ ਆ, ਰਿਵੀਜ਼ਨ ਦੀ ਲੋੜ ਆ, ਤਾਂ ਤੁਸੀਂ ਦੱਸ ਸਕਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।